ਰੋਜ਼ਾਨਾ ਲੋਕ ਨਾਥ ਟੀਵੀ ਦਾ ਸਪੈਸ਼ਲ ਪ੍ਰੋਗਰਾਮ ਖਬਰ ਸਵੇਰ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਸਵੇਰ ਦੀਆਂ ਅਹਿਮ ਖਬਰਾਂ ਤੇ। ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਕਿ ਕਾਂਗਰਸ ਦੇ ਵਿੱਚ ਜਿਹੜਾ ਖਲਾ ਲਗਾਤਾਰ ਵੱਧਦਾ ਜਾ ਰਿਹਾ ਹੈ। ਇੱਕ ਤੋਂ ਬਾਅਦ ਇੱਕ MP MLA ਅਤੇ ਮੰਤਰੀ ਜਿਹੜੇ ਆ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਖੜੇ ਹੋਏ ਜਾ ਰਹੇ ਨੇ। ਹੁਣ ਉਹਦੇ ਵਿੱਚ ਇੱਕ ਹੋਰ ਨਾਂ ਜੁੜਿਆ ਕਾਂਗਰਸੀ MLA ਸੁਰਜੀਤ ਸਿੰਘ ਧੀਮਾਨ ਦਾ, ਜਿਨ੍ਹਾਂ ਨੇ ਵੱਡੇ ਇਲਜ਼ਾਮ ਆਪਣੀ ਸਰਕਾਰ ਦੇ ਉੱਪਰ ਲਗਾਏ ਨੇ। ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਆਵਾਜ਼ ਚੁੱਕੀ ਗਈ ਸੀ, ਸ਼ਾਇਦ ਉਦੋਂ ਜਿਹੜੀ ਆਵਾਜ਼ ਕਿਸੇ ਦਬਾਅ ਦੇ ਕਾਰਨ ਇਹ ਆਵਾਜ਼ ਜਿਹੜੀ ਦੱਬ ਦਿੱਤੀ ਗਈ ਸੀ, ਪਰ ਹੁਣ ਲੱਗਦਾ ਹੈ ਕਿ ਇਹ ਆਵਾਜ਼ ਹੁਣ ਦੱਬੀ ਜਾਣ ਵਾਲੀ ਨਹੀਂ ਹੈ। ਤਾਂ ਉੱਥੇ ਹੀ ਸੁਨੀਲ ਜਾਖੜ ਦੇ ਵੱਲੋਂ ਪ੍ਰਤਾਪ ਸਿੰਘ ਬਾਜਵਾ ਦੇ ਨਾਲ ਫਿਰ ਪੰਗਾ ਲੈ ਲਿਆ ਗਿਆ। ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਹ ਲੋਕ ਜਿਹੜੇ ਮੌਕਾ ਭਾਲਦੇ ਨੇ ਜਿਹੜੀ ਪਾਰਟੀ ਦੇ ਅੰਦਰ ਜਿਹੜੀ ਖਟਾਸ ਪੈਦਾ ਕਰਨ ਦਾ, ਪਾਰਟੀ ਨੂੰ ਦੋ ਫਾੜ ਕਰਨ ਦਾ, ਧੜਾ ਬਣਾਉਣ ਦਾ, ਤਾਂ ਇਹਨਾਂ ਲੋਕਾਂ ਦੇ ਨਾਲ ਜਿਹੜੇ ਮੀਟਿੰਗਾਂ ਕਰਨ ਵਾਲੇ ਕਹਿੰਦੇ ਲੋਕ ਨੇ, ਉਹਨਾਂ ਨੂੰ ਘਾਟੇ ਦਾ ਸੌਦਾ ਜਿਹੜਾ ਸਾਬਤ ਹੋਵੇਗਾ ਇਹ ਮੀਟਿੰਗਾਂ ਇਹਨਾਂ ਦੇ ਨਾਲ ਕਰਨੀਆਂ। ਤਾਂ ਉੱਥੇ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਕੀ ਗੱਲ ਕਹੀ ਗਈ ਹੈ ਇਹ ਵੀ ਤੁਹਾਨੂੰ ਦੱਸਾਂਗੇ। ਤਾਂ ਉੱਥੇ ਹਰੀਸ਼ ਰਾਵਤ ਬਾਰੇ ਜਿਹੜੀ ਅਸੀਂ ਕੱਲ ਦੇ ਪ੍ਰੋਗਰਾਮ ਦੇ ਵਿੱਚ ਸ਼ਾਮ ਦੇ ਵਿੱਚ ਗੱਲਬਾਤ ਕੀਤੀ ਕਿ ਹਰੀਸ਼ ਰਾਵਤ ਦੇ ਕਾਰਨ ਜਿਹੜੀ ਪੰਜਾਬ ਦੀ ਸਥਿਤੀ ਖਰਾਬ ਹੋਈ ਹੈ। ਹੋ ਸਕਦਾ ਕਿ ਕੱਲ ਬਹੁਤ ਸਾਰੇ ਲੋਕ ਜਿਹੜੇ ਉਸ ਗੱਲ ਦੇ ਨਾਲ ਸਾਡੀ ਨਾਲ ਸਹਿਮਤ ਸ਼ਾਇਦ ਨਾ ਹੋਏ ਹੋਣ, ਪਰ ਅੱਜ ਸਬੂਤ ਦੇ ਤੌਰ ਤੇ ਦੱਸਾਂਗੇ ਕਿ ਭਾਈ ਪੰਜਾਬ ਕਾਂਗਰਸ ਦੀ ਇੰਨੀ ਸਥਿਤੀ ਜਿਹੜੀ ਖਰਾਬ ਹੋਈ ਹੈ, ਉਸ ਦੇ ਬਾਵਜੂਦ ਵੀ ਉਹਨਾਂ ਦੇ ਵੱਲੋਂ ਕੋਈ ਮੀਟਿੰਗ ਨਹੀਂ ਕੀਤੀ ਜਾ ਰਹੀ। ਕੋਈ ਵੀ ਜਿਹੜਾ ਇੱਕ ਫੋਨ ਜ਼ਰੂਰ ਕੀਤੇ ਨੇ ਉਹਨਾਂ ਨੇ 2-4 ਬੰਦਿਆਂ ਨੂੰ, ਉਹ ਰੋਕਣ ਦੀ ਕੋਸ਼ਿਸ਼ ਕੀਤੀ ਹੈ। ਕਹਿੰਦੇ ਕਿ ਜਲਦ ਤੋਂ ਜਲਦ ਆ ਕੇ ਮੈਂ ਜਿਹੜੀ ਮੀਟਿੰਗਾਂ ਕਰਾਂਗਾ, ਪਰ ਹੁਣ ਉਹਨਾਂ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਮੇਰੀ ਸਿਹਤ ਜਿਹੜੀ ਹੈ ਖਰਾਬ ਹੈ, ਜਿਸ ਦੇ ਕਾਰਨ ਹਾਲੇ ਮੀਟਿੰਗਾਂ ਦਾ ਦੌਰ ਸ਼ੁਰੂ ਨਹੀਂ ਹੋ ਸਕਦਾ। ਕਿਵੇਂ ਦੇਖਦੇ ਨੇ ਲੋਕ ਹਰੀਸ਼ ਰਾਵਤ ਦੀ ਭੂਮਿਕਾ ਨੂੰ? ਕਿ ਹਰੀਸ਼ ਰਾਵਤ ਕਿਸੇ ਪਾਸੇ ਝੁਕਾ ਰੱਖਦੇ ਨੇ? ਕਿ ਹਰੀਸ਼ ਰਾਵਤ ਕਿਹੜੇ ਧੜੇ ਨੂੰ ਜਿਹੜਾ ਹਵਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ, ਕਿਹੜੇ ਧੜੇ ਨੂੰ ਮੌਕਾ ਦੇਣ ਦੀ ਕੋਸ਼ਿਸ਼ ਕਰ ਰਹੇ ਨੇ? ਇਹ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਕਿ ਤੇ ਹਰੀਸ਼ ਰਾਵਤ ਕਿੰਨੇ ਕੁ ਜ਼ਿੰਮੇਵਾਰ ਨੇ ਪੰਜਾਬ ਦੀ ਕਾਂਗਰਸ ਦੀ ਜੋ ਸਥਿਤੀ ਇਸ ਵਕਤ ਬਣੀ ਹੋਈ ਹੈ। ਇਸ ਪੂਰੇ ਮਾਮਲੇ ਤੇ ਗੱਲਬਾਤ ਕਰਾਂਗੇ ਤੇ ਗੱਲਬਾਤ ਲਈ ਮੇਰੇ ਨਾਲ ਰਾਜਨੀਤਿਕ ਮਾਹਰ ਦੇ ਤੌਰ ਤੇ ਮੌਜੂਦ ਰਹਿਣਗੇ ਡਾਕਟਰ ਭੀਮਿੰਦਰ ਸਿੰਘ ਜੀ। ਸਭ ਤੋਂ ਪਹਿਲਾਂ ਸਵਾਗਤ ਕਰ ਲੈਣੇ ਆ ਡਾਕਟਰ ਸਾਹਿਬ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ ਸੁਖਵਿੰਦਰ ਜੀ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਜਿਹੜੀ ਗੱਲਬਾਤ ਆਪਾਂ ਸੁਰਜੀਤ ਸਿੰਘ ਧੀਮਾਨ ਨੂੰ ਲੈ ਕੇ ਕਰੀਏ। ਹਾਲਾਂਕਿ ਪਿਛਲੇ ਦਿਨਾਂ ਦੇ ਵਿੱਚ ਵੀ ਇਹਨਾਂ ਦੇ ਵੱਲੋਂ ਜਿਹੜੀ ਆਵਾਜ਼ ਚੁੱਕੀ ਗਈ ਸੀ, ਉਸ ਟਾਈਮ ਇਹ ਆਵਾਜ਼ ਦੱਬ ਦਿੱਤੀ ਗਈ ਸੀ, ਪਰ ਹੁਣ ਇੱਕ ਵਾਰ ਫਿਰ ਸੁਰਜੀਤ ਧੀਮਾਨ ਜਿਹੜੀ ਆ ਖੁੱਲ ਕੇ ਬੋਲੇ ਨੇ। ਇੱਕ ਵਾਰੀ ਆਪਾਂ ਇਹ ਦਰਸ਼ਕਾਂ ਨੂੰ ਦੱਸੀਏ ਕਿ ਸੁਰਜੀਤ ਧੀਮਾਨ ਨੇ ਕੀ ਕੁਝ ਕਿਹਾ, ਉਸ ਤੋਂ ਬਾਅਦ ਕਰਦੇ ਹਾਂ ਚਰਚਾ। ਸੁਖਵਿੰਦਰ ਜੀ, ਜਦੋਂ ਪਹਿਲੀ ਵਾਰੀ ਇਸ ਟਰਮ ਦੇ ਵਿੱਚ ਬਗਾਵਤ ਸ਼ੁਰੂ ਹੋਈ ਸੀ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ, ਤਾਂ ਸਭ ਤੋਂ ਮੋਹਰੀ ਸੁਰਜੀਤ ਧੀਮਾਨ ਜੀ ਉਸ ਵੇਲੇ ਰਹੇ ਸੀਗੇ। ਅੱਜ ਤੋਂ ਲਗਭਗ 4 ਸਾਲ ਪਹਿਲਾਂ ਤੁਸੀਂ ਯਾਦ ਕਰੋ, ਜਦੋਂ ਨਸ਼ਿਆਂ ਦੇ ਮੁੱਦੇ ਦੇ ਉੱਤੇ, ਜਦੋਂ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕਰ ਰਹੇ ਸੀ ਇੱਕ ਪਾਸੇ ਕੈਪਟਨ ਸਾਹਿਬ, ਔਰ ਸੁਰਜੀਤ ਧੀਮਾਨ ਨੇ ਉਹ ਲੀਡ ਲਈ ਸੀ। ਉਹਨਾਂ ਨੇ ਕਿਹਾ ਸੀਗਾ ਕਿ ਅਜੇ ਤੱਕ ਨਸ਼ੇ ਜਿਹੜੇ ਨੇ 6 ਮਹੀਨਿਆਂ ਤੱਕ, ਉਦੋਂ ਉਸ ਵੇਲੇ ਉਹਨਾਂ ਨੇ ਕਿਹਾ ਸੀ ਅਜੇ ਤੱਕ ਖਤਮ ਨਹੀਂ ਹੋਏ। ਸੋ ਕਿੱਥੇ 4 ਹਫ਼ਤੇ ਕਹਿ ਰਹੇ ਸੀ, 6 ਮਹੀਨੇ ਉਦੋਂ ਲੰਘ ਚੁੱਕੇ ਸੀਗੇ। ਸੋ ਇਸ ਵੇਲੇ ਵੀ, ਹੁਣ ਵੀ ਜਦੋਂ ਆਪਾਂ ਨੂੰ ਪਤਾ ਹੈ ਕਿ ਇਸ ਵੇਲੇ ਤਾਂ ਬਹੁਤ ਵੱਡਾ ਖਿਲਾਰਾ ਕਾਂਗਰਸ ਦੇ ਵਿੱਚ ਪਿਆ, ਤੁਸੀਂ ਆਪ ਕਿਹਾ ਹੈ, ਇਹਦੇ ਵਿੱਚ ਵੀ ਧੀਮਾਨ ਸਾਹਿਬ ਇਹੀ ਗੱਲ ਕਹਿ ਰਹੇ ਨੇ ਕਿ ਜਿਹੜੇ ਵੀ ਵਾਅਦੇ ਕੈਪਟਨ ਸਾਹਿਬ ਨੇ ਕੀਤੇ ਸੀਗੇ, ਚਾਹੇ ਉਹ ਨਸ਼ਿਆਂ ਦੇ ਲੱਕ ਤੋੜਨ ਦਾ ਵਾਅਦਾ ਸੀਗਾ, ਚਾਹੇ ਉਹ ਘਰ ਘਰ ਨੌਕਰੀ ਦੇਣ ਦਾ ਵਾਅਦਾ ਸੀਗਾ, ਚਾਹੇ ਕਿਸਾਨਾਂ ਦੀ ਕਰਜ਼ਾ ਮਾਫੀ ਦਾ ਵਾਅਦਾ ਸੀਗਾ, ਚਾਹੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦੇਣ ਦਾ ਵਾਅਦਾ ਸੀਗਾ, ਜਾਂ ਇਸ ਤਰ੍ਹਾਂ ਦੇ ਹੋਰ ਅਨੇਕਾਂ ਵਾਅਦੇ ਸੀਗੇ, ਉਹਨਾਂ ਨੇ ਕਿਹਾ ਕਿ ਅੱਜ ਤੱਕ ਉਹ ਪੂਰੇ ਨਹੀਂ ਹੋਏ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਸੁਰਜੀਤ ਧੀਮਾਨ ਜਿਹੜੇ ਨੇ ਆਪਣੀ ਪੁਰਾਣੀ ਪਰਫਾਰਮੈਂਸ ਜਿਹੜੀ ਹੈਗੀ ਹੈ ਫੇਰ ਉਹ ਦੇ ਰਹੇ ਨੇ, ਔਰ ਇੱਥੇ ਆ ਕੇ ਉਹਨਾਂ ਤਾਂ ਇਹੀ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਕੈਪਟਨ ਸਾਹਿਬ ਦੇ ਲਈ ਇੱਕ ਵੱਡਾ ਸੰਕਟ ਜਿਹੜਾ ਹੈਗਾ ਹੋਰ ਖੜਾ ਹੋਏਗਾ। ਔਰ ਇਹਦੇ ਨਾਲ ਤੁਸੀਂ ਦੇਖੋਗੇ ਕਿ ਹੋਰ ਜਿਹੜੇ MLA ਸਾਹਿਬਾਨ ਨੇ, ਜਿਹੜੇ ਕਿਤੇ ਨਾ ਕਿਤੇ ਹਜੇ ਦੇਖ ਰਹੇ ਨੇ, ਉਹ ਸਥਿਤੀਆਂ ਹਜੇ ਭਾਂਪ ਰਹੇ ਨੇ ਕਿ ਹਾਈ ਕਮਾਂਡ ਜਿਹੜੀ ਹੈਗੀ ਆ ਉਹ ਕੀ ਕਰਨ ਜਾ ਰਹੀ ਹੈ ਔਰ ਕੀ ਫੈਸਲਾ ਹੋਏਗਾ। ਹਜੇ ਉਹ ਵਿਚਕਾਰ ਜਿਹੜੇ ਨੇ ਨਜ਼ਰ ਆ ਰਹੇ ਨੇ। ਜੇ ਹੌਲੀ ਹੌਲੀ ਹਾਈ ਕਮਾਂਡ ਦੇ ਵਿੱਚ ਕੋਈ ਜਿਹੜਾ ਹੈਗਾ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ ਕੋਈ ਨਾ ਕੋਈ ਇਸ਼ਾਰਾ ਉਹਨਾਂ ਨੂੰ ਮਿਲੇਗਾ, ਤਾਂ ਬਹੁਤ ਸਾਰੇ ਤੁਸੀਂ ਦੇਖੋਗੇ ਕਿ ਹੋਰ MLA ਸਾਹਿਬਾਨ ਜਾਂ ਹੋਰ ਕਾਂਗਰਸ ਦੇ ਲੀਡਰ ਜਾਂ ਹੋਰ ਜਿਹੜੇ ਨੇ ਮੰਤਰੀ ਸਾਹਿਬਾਨ ਜਿਹੜੇ ਨੇ, ਉਹ ਨਵਜੋਤ ਸਿੰਘ ਸਿੱਧੂ ਦੇ ਪਾਲੇ ਵੱਲ ਆ ਸਕਦੇ ਆ। ਸੋ ਇਸ ਕਰਕੇ ਸੰਭਾਵਨਾਵਾਂ ਆਪਾਂ ਇਹਨਾਂ ਘਟਨਾਵਾਂ ਤੋਂ ਇਹੀ ਨਜ਼ਰ ਆ ਰਹੀਆਂ ਨੇ ਕਿ ਲੋਕ ਹਜੇ ਇੰਤਜ਼ਾਰ ਕਰ ਰਹੇ ਨੇ, ਵੇਟ ਕਰ ਰਹੇ ਨੇ ਹਾਈ ਕਮਾਂਡ ਦਾ। ਜਿਉਂ ਹਾਈ ਕਮਾਂਡ ਜਿਹੜੀ ਹੈਗੀ ਹੈ, ਜਿਵੇਂ ਮੈਂ ਕੱਲ ਵੀ ਕਿਹਾ ਸੀਗਾ ਕਿ ਜਿਹੜੀ ਪ੍ਰਿੰਕਾ ਜੀ ਨੇ ਕੱਲ ਵਿਸ਼ੇਸ਼ ਤੌਰ ਤੇ ਕੈਪਟਨ ਸਾਹਿਬ ਨੂੰ ਫੋਨ ਕਰਕੇ
ਥੋੜੀ ਜਿਹੀ ਕੁਰਕੀ ਜ਼ਰੂਰ ਦਿੱਤੀ ਸੀਗੀ, ਉਹਨਾਂ ਨੇ ਉਹਨਾਂ ਨੂੰ ਸਮਝਾਇਆ ਜ਼ਰੂਰ ਹੈ। ਉੱਥੋਂ ਇਸ਼ਾਰਾ ਜ਼ਰੂਰ ਮਿਲਦਾ ਹੈ ਕਿ ਹਾਈ ਕਮਾਂਡ ਜਿਹੜੀ ਹੈਗੀ, ਖਾਸ ਤੌਰ ਤੇ ਜਿਹੜੇ ਪ੍ਰਿੰਕਾ ਜੀ ਨੇ, ਉਹ ਕਿਤੇ ਨਾ ਕਿਤੇ ਨਵਜੋਤ ਸਿੰਘ ਸਿੱਧੂ ਜੀ ਦੇ ਵੱਲ ਖੜਦੇ ਨਜ਼ਰ ਆ ਰਹੇ ਨੇ। ਸੋ ਇਸ ਕਰਕੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਦੇਖੋਗੇ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਪਲੜਾ ਹੈ ਉਹ ਭਾਰਾ ਹੋਏਗਾ, ਕਿ ਇਹ ਜਿਹੜਾ ਦੂਸਰਾ ਪਲੜਾ ਹੈ ਕੈਪਟਨ ਸਾਹਿਬ ਦਾ, ਉਹ ਹੌਲੀ 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 ਜਿਹੜਾ ਹੈਗਾ ਬਿਖਰਦਾ ਜਾਏਗਾ। ਉਹਦੇ ਵਿੱਚ ਤਰੇੜਾਂ ਆਉਣ ਦੀਆਂ ਸੰਭਾਵਨਾਵਾਂ ਜ਼ਿਆਦਾ ਨਜ਼ਰ ਆ ਰਹੀਆਂ ਨੇ। ਸੁਖਵਿੰਦਰ ਜੀ, ਕਿਵੇਂ ਦੇਖਦੇ ਹੋ ਕਿ ਇੱਕ ਤੋਂ ਬਾਅਦ ਇੱਕ ਜਿਹੜੇ ਐਮਐਲਏ ਉੱਠਦੇ ਜਾ ਰਹੇ ਆ, ਆਪਣੀ ਆਵਾਜ਼ ਚੁੱਕਦੇ ਜਾ ਰਹੇ ਆ, ਕੀ ਕੈਪਟਨ ਅਮਰਿੰਦਰ ਸਿੰਘ ਪਾਰ ਪਾ ਪਾਉਣਗੇ ਇਸ ਵਿੱਚੋਂ? ਦੇਖੋ ਬਹੁਤ ਮੁਸ਼ਕਿਲ ਹੈ। ਉਹਦਾ ਕਾਰਨ ਇਹ ਹੈ ਕਿ ਦੇਖੋ, ਜੇ ਤਾਂ ਕੋਈ ਇੱਕ ਦਾ ਕੋਈ ਵਾਅਦਾ ਪੂਰਾ ਹੋਇਆ ਹੁੰਦਾ, ਚਾਹੇ ਉਹ ਨਸ਼ਿਆਂ ਦਾ ਮੁੱਦਾ ਸੀਗਾ, ਜੇ ਨਸ਼ਿਆਂ ਦਾ ਲੱਕ ਟੁੱਟਿਆ ਹੁੰਦਾ ਤਾਂ ਵੀ ਲੋਕਾਂ ਨੂੰ ਲੱਗਣਾ ਸੀਗਾ ਕਿ ਸ਼ਾਇਦ ਜਿਹੜੇ ਨੇ ਕੈਪਟਨ ਸਾਹਿਬ ਨੇ ਕੋਸ਼ਿਸ਼ ਜ਼ਰੂਰ ਕੀਤੀ ਹੈ। ਇੱਕ ਤਾਂ ਹੁੰਦਾ ਨਾ ਕਿ ਕੋਸ਼ਿਸ਼ ਨਜ਼ਰ ਨਹੀਂ ਆਈ ਪਿਛਲੇ 4.5 ਸਾਲ ਤੋਂ ਕੈਪਟਨ ਸਾਹਿਬ ਦੀ, ਚਾਹੇ ਉਹ ਨਸ਼ਿਆਂ ਦੇ ਮੁੱਦੇ ਹੋਣ, ਚਾਹੇ ਉਹ ਕਿਸਾਨੀ ਦੀ ਕਰਜ਼ਾ ਮਾਫੀ ਹੋਵੇ, ਚਾਹੇ ਉਹ ਘਰ ਘਰ ਨੌਕਰੀ ਦੀ ਗੱਲ ਹੋਵੇ, ਜਾਂ ਕੋਈ ਹੋਰ ਜਿਹੜੇ ਜਿਵੇਂ ਹੁਣ ਬਰਗਾੜੀ ਕਾਂਡ ਸੀਗਾ, ਜਾਂ ਇਦਾਂ ਦੇ ਜਿਹੜੇ ਵੱਡੇ ਮੁੱਦੇ ਸੀਗੇ ਪੰਜਾਬ ਦੇ, ਉਹਦੀ ਜਿਹੜੀ ਕੋਸ਼ਿਸ਼ ਕਰਨੀ ਚਾਹੀਦੀ ਸੀਗੀ ਉਹ ਕੈਪਟਨ ਸਾਹਿਬ ਦੀ ਨਜ਼ਰ ਨਹੀਂ ਆਈ। ਆਪਾਂ ਨੂੰ ਵੀ ਪਤਾ ਹੈ ਕਿ ਪਿਛਲੇ ਲਗਭਗ 4.5 ਸਾਲ ਤੋਂ ਸਿੱਟਾਂ ਬਣਦੀਆਂ ਗਈਆਂ, ਕਮਿਸ਼ਨ ਬਣਦੇ ਗਏ, ਪਰ ਸਿੱਟਾ ਕੀ ਨਿਕਲਿਆ? ਉਹ ਸਾਰੀਆਂ ਬੇਸਿੱਟਾ ਹੋ ਗਿਆ। ਸੋ ਇਸ ਕਰਕੇ ਲੋਕਾਂ ਨੂੰ ਇਸ ਵੇਲੇ ਇਹ ਮਹਿਸੂਸ ਹੋ ਰਿਹਾ ਹੈ ਕਿ ਕੈਪਟਨ ਸਾਹਿਬ ਬੇਸ਼ੱਕ ਇੱਕ ਚੰਗੇ ਇਨਸਾਨ ਜ਼ਰੂਰ ਹੋ ਸਕਦੇ ਨੇ, ਪਰ ਜਿਹੜੇ ਵੀ ਉਹਨਾਂ ਨੇ ਵਾਅਦੇ ਲੋਕਾਂ ਦੇ ਨਾਲ, ਪੰਜਾਬ ਦੇ ਨਾਲ ਕੀਤੇ ਸੀਗੇ, ਉਹ ਵਾਅਦੇ ਉਹਨਾਂ ਨੇ ਪੂਰੇ ਨਹੀਂ ਕੀਤੇ, ਔਰ ਉਹਨਾਂ ਦੀਆਂ ਕੋਸ਼ਿਸ਼ਾਂ ਜਿਹੜੀਆਂ ਸੀਗੀਆਂ ਉਹ ਨਜ਼ਰ ਨਹੀਂ ਆਈਆਂ, ਕਿਉਂਕਿ 4.5 ਸਾਲ ਤੋਂ ਲਗਾਤਾਰ ਉਹ ਇੱਕ ਥਾਂ ਤੇ ਬੈਠੇ ਰਹੇ। ਔਰ ਬਹੁਤ ਘੱਟ ਜਿਹੜੇ, ਮੈਨੂੰ ਲੱਗਦਾ ਕਿ ਇਹ ਜਿਹੜਾ ਹੈਗਾ, ਇਹ ਦੌਰ ਜਿਹੜਾ ਹੈਗਾ ਪੰਜਾਬ ਦਾ, ਇਹਦੇ ਵਿੱਚ ਸਭ ਤੋਂ ਘੱਟ ਜਿਨ੍ਹਾਂ ਨੇ ਆਪਣਾ ਮੁੱਖ ਮੰਤਰੀ ਦਾ ਚਿਹਰਾ ਦੇਖਿਆ, ਇਹ ਦੌਰ ਇਹ ਹੈ ਸੁਖਵਿੰਦਰ ਜੀ, ਪੰਜਾਬੀਆਂ ਦੇ ਲਈ ਇੱਕ ਇੱਕ ਮਾੜੀ ਗੱਲ ਇਹ ਨਜ਼ਰ ਆ ਰਹੀ ਹੈ ਕਿ ਇਹ 4.5 ਸਾਲ ਦੇ ਵਿੱਚ ਸਭ ਤੋਂ ਘੱਟ ਚਿਹਰਾ ਜਿਹੜਾ ਹੈਗਾ ਉਹ ਕੈਪਟਨ ਸਾਹਿਬ ਦੇ ਦਰਸ਼ਨ ਕਰ ਪਾਏ ਨੇ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਵੀ ਇੱਕ ਨਵਾਂ ਇਤਿਹਾਸ ਜਿਹੜਾ ਹੈਗਾ ਪੰਜਾਬ ਦਾ ਸਿਰਜਿਆ ਜਾ ਰਿਹਾ ਹੈ। ਸੋ ਇਸ ਕਰਕੇ ਇਹਨਾਂ ਲੋਕਾਂ ਨੇ ਜਿਹੜੇ ਲੋਕ ਆਵਾਜ਼ ਇਸ ਵੇਲੇ ਬੁਲੰਦ ਕਰ ਰਹੇ ਨੇ, ਇਹ ਸੱਚ ਤੇ ਖੜੇ ਨਜ਼ਰ ਆ ਰਹੇ ਨੇ। ਇਹਦੇ ਵਿੱਚ ਕੋਈ ਝੂਠ ਦਾ, ਕੋਈ ਇਦਾਂ ਦਾ ਪਲੰਦਾ ਨਜ਼ਰ ਨਹੀਂ ਆ ਰਿਹਾ ਕਿ ਕੋਈ ਉਹ ਝੂਠ ਬੋਲ ਰਹੇ ਨੇ। ਇਸੇ ਲਈ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਕਿ ਭਾਈ, ਜੇ ਤੁਸੀਂ ਸੱਚ ਨੂੰ ਸਮਝਣਾ ਚਾਹੁੰਦੇ ਹੋ, ਸੱਚ ਦੇ ਉੱਤੇ ਪਹਿਰਾ ਦੇਣਾ ਚਾਹੁੰਦੇ ਹੋ, ਤਾਂ ਆਓ ਆਪਾਂ ਦਿੱਲੀ ਚੱਲਦੇ ਹਾਂ, ਆਓ ਆਪਾਂ ਸਾਰੀ ਗੱਲ ਜਿਹੜੀ ਹੈਗੀ ਹਾਈ ਕਮਾਂਡ ਨੂੰ ਦੱਸੀਏ, ਔਰ ਉੱਥੇ ਜਿਹੜਾ ਹੈਗਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰਨ ਦੀ ਕੋਸ਼ਿਸ਼ ਕਰੀਏ। ਇਸੇ ਲਈ ਜਦੋਂ ਤੁਹਾਡੇ ਪੱਲੇ ਸੱਚ ਹੁੰਦਾ ਨਾ, ਇੱਕ ਹੈ ਕਿ ਜੇ ਤੁਹਾਡੇ ਪੱਲੇ ਸੱਚ ਹੈ ਤਾਂ ਕੋਠੇ ਚੜ੍ਹ ਕੇ ਨੱਚ, ਤੁਹਾਨੂੰ ਕੋਈ ਕਿਸੇ ਚੀਜ਼ ਦਾ ਖਤਰਾ ਨਹੀਂ ਹੁੰਦਾ। ਸੋ ਇਸ ਕਰਕੇ ਨਵਜੋਤ ਸਿੰਘ ਸਿੱਧੂ ਹੋਰਾਂ ਦਾ ਜਿਹੜਾ ਪਾਲਾ ਹੈ, ਉਹਨਾਂ ਕੋਲ ਸੱਚ ਹੈ, ਉਹ ਸੱਚ ਦੀ ਗੱਲ ਕਰ ਰਹੇ ਨੇ, ਔਰ ਸੱਚ ਹਮੇਸ਼ਾ ਜਿੱਤੂ ਹੁੰਦਾ ਹੈ। ਸੁਖਵਿੰਦਰ ਜੀ, ਕਿਉਂਕਿ ਆਪਣੇ ਸੰਵਿਧਾਨ ਦੀ ਜਿਹੜੀ ਸਾਡਾ ਸਲੋਗਨ ਹੈ ਉਹ ਹੀ ਹੈ ਕਿ ਸਤਿਆਮੇਵ ਜੈਤੇ, ਔਰ ਤੁਸੀਂ ਦੇਖੋਗੇ ਕਿ ਅਖੀਰ ਨੂੰ ਸੱਚ ਦੀ ਜਿੱਤ ਹੋਏਗੀ। ਜਿਵੇਂ ਤੁਸੀਂ ਦੇਖੋਗੇ ਕਿ ਜਿਹੜੇ ਪ੍ਰਧਾਨ ਸਾਹਿਬ ਨੇ ਕਾਂਗਰਸ ਦੇ, ਉਹ ਲਗਾਤਾਰ ਇਹ ਕਹਿ ਰਹੇ ਨੇ ਕਿ ਤੁਸੀਂ ਝੂਠ ਦੇ ਨਾਲ ਪਹਿਰਾ ਦਿਓ, ਤੁਸੀਂ ਮਤਲਬ, ਐਂਡ ਉਹ ਕਹਿ ਰਹੇ ਨੇ ਕਿ ਇਹ ਜਿਹੜੇ ਸੱਚ ਲੋਕ ਬੋਲ ਰਹੇ ਨੇ ਇਹ ਤਾਂ ਮੌਕਾ ਪ੍ਰਸਤ ਨੇ। ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਦੇ ਉੱਤੇ ਵੱਡਾ ਦੋਸ਼ ਇਹ ਲਾਇਆ ਹੈ ਕਿ ਇਹ ਤਾਂ, ਮੈਂ ਉਸੇ ਸਵਾਲ ਤੇ ਆਉਣ ਲੱਗਿਆ ਸੀ ਜੀ ਸੁਨੀਲ ਜਾਖੜ ਨੇ, ਉਹਨਾਂ ਨੇ ਜਿਸ ਤਰੀਕੇ ਨਾਲ ਇੱਕ ਚੇਤਾਵਨੀ ਦਿੱਤੀ ਹੈ, ਕਹਿੰਦੇ ਕਿ ਇਹ ਉਹ ਲੋਕ ਨੇ ਜਿਹੜੇ ਮੀਟਿੰਗਾਂ ਕਰ ਰਹੇ ਨੇ, ਜਿਹੜੇ ਪਾਰਟੀ ਦੇ ਅੰਦਰ ਖਿਲਾਫ ਵਧਾਉਣਾ ਚਾਹੁੰਦੇ ਨੇ, ਜਿਹੜਾ ਮੌਕਾ ਭਾਲਦੇ ਰਹਿੰਦੇ ਨੇ, ਜਿਹੜੇ ਧੜਾਈ ਬਣਾਉਣਾ ਚਾਹੁੰਦੇ ਨੇ। ਕਹਿੰਦੇ ਕਿ ਇਹੋ ਜਿਹੇ ਲੀਡਰਾਂ ਦਾ, ਜਾਨੀ ਕਿ ਬਿਨਾਂ ਨਾਮ ਕਹੇ ਉਹਨਾਂ ਨੇ ਪ੍ਰਤਾਪ ਸਿੰਘ ਬਾਜਵਾ ਨੂੰ ਨਿਸ਼ਾਨੇ ਤੇ ਲਿਆ। ਕਹਿੰਦੇ ਕਿ ਇਹੋ ਜਿਹੇ ਬੰਦਿਆਂ ਦੇ ਸਾਥ ਦੇਣ ਵਾਲਿਆਂ ਨੂੰ ਘਾਟੇ ਦਾ ਸੌਦਾ ਸਾਬਿਤ ਹੋਵੇਗਾ, ਯਾਨੀ ਸਿੱਧੇ ਤੌਰ ਤੇ ਧਮਕੀ ਦਿੱਤੀ ਗਈ ਹੈ ਸੁਨੀਲ ਜਾਖੜ ਦੇ ਵੱਲੋਂ। ਸੁਖਵਿੰਦਰ ਜੀ, ਦੇਖੋ, ਇੱਕ ਕਹਾਵਤ ਹੈ ਕਿ ਕਾਠ ਦੀ ਹਾਂਡੀ ਬਾਰ-ਬਾਰ ਨਹੀਂ ਚੜ੍ਹਦੀ। ਇੱਕ ਵਾਰੀ ਤਾਂ ਕੈਪਟਨ ਸਾਹਿਬ ਨੇ ਪਿਛਲੀਆਂ 17 ਦੀਆਂ ਚੋਣਾਂ ਹੋਣ, ਚਾਹੇ 19 ਦੀਆਂ ਚੋਣਾਂ ਹੋਣ, ਉਹਨਾਂ ਦੇ ਵਿੱਚ ਲਗਾਤਾਰ ਉਹਨਾਂ ਨੇ ਲੋਕਾਂ ਨਾਲ ਵਾਅਦੇ ਕਰ ਕਰਕੇ ਕਾਠ ਦੀ ਹਾਂਡੀ ਜਿਹੜੀ ਸੀ ਉਹ ਚੜ੍ਹ ਗਈ ਇੱਕ ਵਾਰੀ, ਔਰ ਲੋਕਾਂ ਨੇ 17 ਦੇ ਵਿੱਚ ਉਹਨਾਂ ਨੂੰ ਮੁੱਖ ਮੰਤਰੀ ਬਣਾਇਆ। ਪਰ ਜੇ ਹੁਣ ਕਹਿਣਗੇ ਕਿ ਹੁਣ ਵੀ ਤੁਸੀਂ ਝੂਠ ਬੋਲ ਕੇ ਦੁਬਾਰਾ 22 ਦੇ ਵਿੱਚ ਆ ਜਾਓ, ਔਰ ਦੁਬਾਰਾ ਇਹਨੂੰ ਲੋਕਾਂ ਨੂੰ ਮੈਨੂਪੂਲੇਟ ਕਰਕੇ, ਲੋਕਾਂ ਨੂੰ ਵਾਅਦੇ ਦੇ ਕੇ ਦੁਬਾਰਾ ਨਵੇਂ ਜਿਹੜੇ ਸੀਗੇ ਉਹ ਪੁਰਾਣੀ ਸ਼ਰਾਬ ਨੂੰ ਨਵੀਆਂ ਬੋਤਲਾਂ 'ਚ ਪਾ ਕੇ ਤੁਸੀਂ ਇਦਾਂ ਭਰਮਾਉਣ ਦੀ ਕੋਸ਼ਿਸ਼ ਕਰੋਗੇ, ਇਹ ਸੰਭਵ ਨਹੀਂ ਹੋਏਗਾ। ਹੁਣ ਜਿਹੜੇ ਕਿ ਆਪਾਂ ਨੂੰ ਪਤਾ ਹੈ ਕਿ ਜਾਖੜ ਸਾਹਿਬ ਕੈਪਟਨ ਸਾਹਿਬ ਦੀ ਬੋਲੀ ਬੋਲ ਰਹੇ ਨੇ, ਔਰ ਜੋ ਕੈਪਟਨ ਸਾਹਿਬ ਤੋਂ ਇਸ਼ਾਰਾ ਮਿਲਦਾ ਹੈ
ਉਹੀ ਉਹ ਗੱਲਾਂ ਕਰ ਰਹੇ ਨੇ। ਉਹਨਾਂ ਨੂੰ ਲੱਗਦਾ ਹੈ ਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਇਹਨਾਂ ਦੇ ਮੁਖੀ ਨੇ ਔਰ ਉਹ ਇੱਕ ਵੱਡਾ ਚਿਹਰਾ ਬਣ ਰਹੇ ਨੇ, ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਕਿ, ਕਿਉਂਕਿ ਆਪਾਂ ਨੂੰ ਪਤਾ ਹੈ ਕਿ ਉਹ ਪੁਰਾਣੇ ਪ੍ਰਧਾਨ ਰਹੇ ਨੇ, ਔਰ ਵੱਡੀ ਗੱਲ ਇਹ ਹੈ ਕਿ ਪ੍ਰਤਾਪ ਸਿੰਘ ਬਾਜਵਾ ਹੋਰੀ ਜਿਹੜੇ ਨੇ ਉਹ ਇੱਕ ਟਕਸਾਲੀ ਕਾਂਗਰਸੀ ਨੇ। ਉਹਨਾਂ ਦਾ ਪਰਿਵਾਰ ਔਰ ਉਹਨਾਂ ਦਾ ਸਾਰੀ ਜ਼ਿੰਦਗੀ ਜਿਹੜੀ ਹੈਗੀ ਹੈ, ਸਾਰੇ ਦਾ ਸਾਰਾ ਉਹਨਾਂ ਦਾ ਖਾਨਦਾਨ ਉਹ ਇੱਕ ਟਕਸਾਲੀ ਕਾਂਗਰਸੀ ਰਿਹਾ। ਔਰ ਇਸ ਕਰਕੇ ਤੁਸੀਂ ਚਾਹੇ ਜਾਖੜ ਸਾਹਿਬ ਹੋਣ, ਚਾਹੇ ਕੈਪਟਨ ਸਾਹਿਬ ਹੋਣ, ਇਹ ਜਿਹੜੇ ਨੇ ਲੋਕ ਨੇ ਦੂਜੀਆਂ ਪਾਰਟੀਆਂ ਚੋਂ ਆਏ ਨੇ। ਸੋ ਇਹ ਵੀ ਕਿਤੇ ਨਾ ਕਿਤੇ ਕਾਂਗਰਸੀਆਂ ਦੇ ਵਿੱਚ ਇਹ ਗੱਲ ਨਜ਼ਰ ਆ ਰਹੀ ਹੈ ਕਿ ਜਿਹੜੇ ਦੂਜੀਆਂ ਪਾਰਟੀਆਂ ਚੋਂ ਆ ਕੇ ਜਿਹੜੇ ਲਗਾਤਾਰ ਸਾਡੇ ਉੱਤੇ ਜਿਹੜੀ ਹੈਗੀ ਹੈ ਸੱਤਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਸਾਡੇ ਉੱਤੇ ਰੋਬ ਪਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਸੋ ਕਿਤੇ ਨਾ ਕਿਤੇ ਜਾ ਕੇ ਇਹ ਵੀ ਗੱਲਾਂ ਜਿਹੜੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਬਾਹਰ ਆਉਣਗੀਆਂ, ਤੁਸੀਂ ਦੇਖੋਗੇ। ਸੋ ਕੁੱਲ ਮਿਲਾ ਕੇ ਆਪਾਂ ਇਹ ਕਹਿ ਸਕਦੇ ਹਾਂ ਕਿ ਜਾਖੜ ਸਾਹਿਬ ਦਾ ਜਿਹੜਾ ਬਿਆਨ ਹੈ ਕਿ ਇਹ ਲੋਕ ਮੌਕਾ ਪ੍ਰਸਤ ਨੇ, ਪ੍ਰਤਾਪ ਸਿੰਘ ਬਾਜਵਾ ਵਰਗੇ, ਜਾਂ ਇਹਨਾਂ ਨੂੰ ਤੁਸੀਂ ਮੂੰਹ ਨਾ ਲਾਓ, ਇਹਨਾਂ ਨੂੰ ਮੂੰਹ ਦੀ ਖਾਣੀ ਪਏਗੀ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਤਾਂ ਕਿਉਂਕਿ ਕੋਵਿਡ ਨਾਲ ਲੋਕ ਮਰ ਰਹੇ ਨੇ, ਹੁਣ ਸਾਨੂੰ ਕੋਵਿਡ ਤੇ ਧਿਆਨ ਦੇਣਾ ਚਾਹੀਦਾ। ਹੁਣ ਜਿਹੜੇ ਇਹ ਮੁੱਦੇ ਉਠਾ ਰਹੇ ਨੇ, ਇਹ ਮੁੱਦੇ ਨਹੀਂ ਉਠਾਉਣੇ ਚਾਹੀਦੇ। ਇਹ ਮੈਨੂੰ ਲੱਗਦਾ ਹੈ ਕਿ ਕੋਈ ਬਹੁਤੀ ਚੰਗੀ ਜਿਹੜੀ ਰਾਜਨੀਤੀ ਨਹੀਂ ਹੈ। ਇਸ ਵੇਲੇ ਸਾਰਾ ਕੁਝ ਚੱਲ ਰਿਹਾ। ਪਹਿਲੀ ਗੱਲ ਤਾਂ ਹੈ ਕਿ ਕੈਪਟਨ ਸਾਹਿਬ ਨੂੰ ਪੰਜਾਬ ਦੇ ਵਿੱਚ ਥੱਲੇ ਆਉਣਾ ਚਾਹੀਦਾ, ਪਹਾੜਾਂ ਤੋਂ ਉਤਰਨਾ ਚਾਹੀਦਾ। ਜੇ ਅੱਜ ਕੋਵਿਡ ਦੀ ਮਹਾਮਾਰੀ ਹੈ ਤਾਂ ਜਾਖੜ ਸਾਹਿਬ ਨੂੰ ਇਹ ਵੀ ਚਾਹੀਦਾ ਕਿ ਕੈਪਟਨ ਸਾਹਿਬ ਨੂੰ ਕਹਿਣ ਕਿ ਭਾਈ ਤੂੰ ਥੱਲੇ ਆ, ਹੁਣ ਤੂੰ ਲੋਕਾਂ ਦੇ ਵਿੱਚ ਜਾ ਕੇ ਵਿਚਰ। ਲੋਕਾਂ ਨੂੰ ਆਕਸੀਜਨ ਦੀ ਲੋੜ ਹੈ, ਲੋਕਾਂ ਨੂੰ ਬੈੱਡ ਦੀ ਲੋੜ ਹੈ, ਲੋਕਾਂ ਨੂੰ ਹਸਪੀਟਲ ਦੀ ਲੋੜ ਹੈ, ਲੋਕਾਂ ਨੂੰ ਡਾਕਟਰਸ ਦੀ ਲੋੜ ਹੈ, ਲੋਕਾਂ ਨੂੰ ਮੁਲਾਜ਼ਮਾਂ ਦੀ ਜਿਹੜੀ ਹੈ ਡਾਕਟਰੀ ਨਾਲ ਸੰਬੰਧਿਤ ਮੁਲਾਜ਼ਮਾਂ ਦੀ ਲੋੜ ਹੈ, ਉਹਨਾਂ ਦੀ ਭਰਤੀ ਹੋਵੇ, ਡਾਕਟਰਾਂ ਦੀ ਭਰਤੀ ਹੋਵੇ, ਨਵੇਂ ਹਸਪੀਟਲ ਬਣ, ਉਹਨਾਂ ਦਾ ਬਜਟ ਜਿਹੜਾ ਹੈਗਾ ਵੱਖਰਾ ਰੱਖਿਆ ਜਾਵੇ। ਸੋ ਇਸ ਕਰਕੇ ਕਿਤੇ ਤਾਂ ਇਹ ਚਾਹੀਦਾ ਸੀਗਾ ਜਾਖੜ ਸਾਹਿਬ ਨੂੰ ਕਹਿਣਾ ਕਿ ਉਹਨਾਂ ਨੂੰ ਥੱਲੇ ਲਿਆਉਣ ਤਾਂ ਕਿ ਲੋਕ ਜਿਹੜੇ ਨੇ ਉਹਨਾਂ ਦੇ ਦਰਸ਼ਨ ਕਰ ਸਕਣ। ਔਰ ਲੋਕ ਇਸ ਮਹਾਮਾਰੀ ਦੇ ਵਿੱਚ ਇੱਕ ਸਹਾਰਾ ਚਾਹੀਦਾ ਹੁੰਦਾ ਹੈ। ਜਿੰਨੀ ਦੇਰ ਉਹਨਾਂ ਨੂੰ ਕਿਸੇ ਕੈਪਟਨ ਸਾਹਿਬ ਦਾ ਜਿਹੜਾ ਹੈਗਾ ਚਿਹਰਾ ਨਹੀਂ ਦਿਖਦਾ, ਉਹਨਾਂ ਦੀ ਆਮਦ ਨਹੀਂ ਦਿਖਦੀ, ਉਨੀ ਦੇਰ ਲੋਕਾਂ ਦਾ ਵਿਸ਼ਵਾਸ ਜਿਹੜਾ ਹੈਗਾ ਕਦੇ ਵੀ ਏਦਾਂ ਬਿਨਾਂ ਦੇਖੇ ਕਿਸੇ ਵੀ ਲੀਡਰ ਤੇ ਨਹੀਂ ਹੁੰਦਾ। ਸੋ ਇਸ ਕਰਕੇ ਜਿਵੇਂ ਜਾਖੜ ਸਾਹਿਬ ਵਿਚਰ ਰਹੇ ਨੇ ਲੋਕਾਂ ਦੇ ਵਿੱਚ, ਐਵੇਂ ਕੈਪਟਨ ਸਾਹਿਬ ਨੂੰ ਵਿਚਰਨਾ ਚਾਹੀਦਾ। ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜਾਖੜ ਸਾਹਿਬ ਕੈਪਟਨ ਸਾਹਿਬ ਦੀ ਬੋਲੀ ਨਾ ਬੋਲਣ, ਸੱਚ ਤੇ ਪਹਿਰਾ ਦੇਣ, ਸੱਚ ਤੇ ਖੜਨ। ਜਿਹੜੀਆਂ ਮੁੱਦੇ, ਜਿਹੜੀਆਂ ਗੱਲਾਂ ਚਾਹੇ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ, ਚਾਹੇ ਪ੍ਰਤਾਪ ਸਿੰਘ ਬਾਜਵਾ ਕਹਿ ਰਹੇ ਨੇ, ਉਹਨਾਂ ਗੱਲਾਂ ਦਾ ਜਵਾਬ ਦੇਣ। ਸਗੋਂ ਤਾਂ ਹੀ ਲੋਕ ਜਿਹੜੇ ਨੇ ਮਤਲਬ ਉਹਨਾਂ ਦੇ ਨਾਲ ਲੱਗਣਗੇ। ਇਸੇ ਕਰਕੇ ਇਹ ਕਹਿ ਦੇਣਾ ਕਿ ਇਹ ਤਾਂ ਮੌਕਾ ਪ੍ਰਸਤ ਨੇ, ਇਹਦਾ ਕਾਂਗਰਸ ਦੀ ਬੇੜੀ ਪਾਰ ਜਿਹੜੀ ਹੈਗੀ ਹੈ ਨਹੀਂ ਲਗਾਉਣਗੇ, ਇਹ ਤਾਂ ਉਹਨਾਂ ਦੇ ਬੇੜਿਆਂ 'ਚ ਬੱਟੇ ਪਾ ਰਹੇ ਨੇ। ਸੋ ਇਸ ਕਰਕੇ ਇਹ ਮੈਨੂੰ ਲੱਗਦਾ ਹੈ ਕਿ ਇਦਾਂ ਦੀਆਂ ਗੱਲਾਂ ਕਰਨੀਆਂ ਇਸ ਵੇਲੇ ਘੱਟੋ ਘੱਟ ਨਹੀਂ ਸ਼ੋਭਦੀਆਂ। ਇਸ ਵੇਲੇ ਤਾਂ ਜਾਖੜ ਸਾਹਿਬ ਨੇ ਇੱਕ ਵਾਰੀ ਪਹਿਲਾਂ ਵੀ ਗੱਲ ਕੀਤੀ ਸੀ ਪ੍ਰਤਾਪ ਸਿੰਘ ਬਾਜਵੇ ਦੇ ਨਾਲ, ਜਦੋਂ ਭੇੜ ਹੋਇਆ, ਕਹਿੰਦੇ ਕਿ ਪ੍ਰਤਾਪ ਸਿੰਘ ਬਾਜਵੇ ਤੇ ਸ਼ਮਸ਼ੇਰ ਸਿੰਘ ਦੂਲੋ ਨੂੰ ਬਾਹਰ ਕੱਢ ਦੇਣਾ ਚਾਹੀਦਾ। ਉਦੋਂ ਪ੍ਰਤਾਪ ਸਿੰਘ ਬਾਜਵਾ ਨੇ ਚੈਲੰਜ ਕਰਤਾ ਸੀ ਕਿ ਚੱਲ ਭਾਈ ਤੂੰ ਮੇਰੇ ਨਾਲ ਚੱਲ, ਸੋਨੀਆ ਗਾਂਧੀ ਦੇ ਘਰੇ ਦੇਖ ਲੈਂਦੇ ਆ ਕਿ ਮੈਡਮ ਸੋਨੀਆ ਤੈਨੂੰ ਬਾਹਰ ਕੱਢਦੀ ਹੈ ਜਾਂ ਮੈਨੂੰ ਬਾਹਰ ਕੱਢਦੀ ਹੈ। ਉਸ ਤੋਂ ਬਾਅਦ ਜਾਖੜ ਸਾਹਿਬ ਪ੍ਰਤਾਪ ਸਿੰਘ ਬਾਜਵਾ ਨੂੰ ਲੈ ਕੇ ਕੁਝ ਨਹੀਂ ਬੋਲੇ, ਹੁਣ ਹੀ ਬੋਲੇ ਆ, ਪਰ ਉਹ ਵੀ ਸਿੱਧੇ ਤੌਰ ਤੇ ਉਹਨਾਂ ਦੇ ਵੱਲੋਂ ਨਾਮ ਨਹੀਂ ਲਿਆ ਗਿਆ। ਕਿਵੇਂ ਦੇਖਦੇ ਹੋ ਜਾਖੜ ਦੇ ਜੇ ਲੱਤਾਂ ਇੰਨੀਆਂ ਭਾਰ ਨਹੀਂ ਚੱਲਦੀਆਂ, ਜੇ ਇੰਨੇ ਜੋਗੇ ਨਹੀਂ ਹੈਗੇ ਜਾਖੜ ਸਾਹਿਬ, ਤਾਂ ਪੰਗਾ ਫਿਰ ਇਹਨਾਂ ਲੋਕਾਂ ਨਾਲ ਕਿਉਂ ਲੈਂਦੇ ਆ? ਸੁਖਵਿੰਦਰ ਜੀ ਦੇਖੋ, ਚਾਹੇ ਦੁੱਲੋ ਸਾਹਿਬ ਹੋਣ, ਚਾਹੇ ਪ੍ਰਤਾਪ ਸਿੰਘ ਬਾਜਵਾ ਹੋਣ, ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਬੰਦੇ ਜਿਨ੍ਹਾਂ ਨੇ ਜ਼ਿੰਦਗੀਆਂ ਲਾਈਆਂ ਨੇ ਕਾਂਗਰਸ ਦੇ ਵਿੱਚ, ਚਾਹੇ ਉਹ ਅੱਤਵਾਦ ਦਾ ਦੌਰ ਹੋਵੇ, ਚਾਹੇ ਉਸ ਤੋਂ ਪਹਿਲਾਂ ਦਾ ਦੌਰ ਹੋਵੇ, ਚਾਹੇ ਉਸ ਤੋਂ ਬਾਅਦ ਵਾਲਾ ਦੌਰ ਹੋਵੇ, ਇਹਨਾਂ ਦੇ ਪਰਿਵਾਰ ਪਾਰਟੀ ਲਈ ਇਹਨਾਂ ਨੇ ਆਪਣੀ ਸਾਰਾ ਕੁਝ ਸਮਾਂ, ਪੈਸਾ, ਸਾਰਾ ਕੁਝ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ ਕਾਂਗਰਸ ਪਾਰਟੀ ਦੀ। ਸੋ ਜੇ ਅੱਜ ਇਹਨਾਂ ਨੂੰ ਕਿਹਾ ਜਾ ਰਿਹਾ ਕਿ ਤੁਹਾਨੂੰ ਅਸੀਂ ਪਾਰਟੀ ਚੋਂ ਬਾਹਰ ਕੱਢ ਦਿਆਂਗੇ, ਤੁਹਾਨੂੰ ਤੁਸੀਂ ਪਾਰਟੀ ਦੀ ਬੇੜੀ 'ਚ ਬੱਟੇ ਪਾ ਰਹੇ ਹੋ, ਤਾਂ ਮੈਨੂੰ ਨਹੀਂ ਲੱਗਦਾ ਕਿ ਇਹ ਕੋਈ ਬਹੁਤਾ ਸੁਲਝਿਆ ਹੋਇਆ ਬਿਆਨ ਹੈ। ਸੋ ਇਸ ਕਰਕੇ ਕਿਤੇ ਤਾਂ ਮੈਂ ਇਹੀ ਕਹਿ ਰਿਹਾ ਕਿ ਕਿਤੇ ਤਾਂ ਜਿਹੜੇ ਵੀ ਇਹ ਮੁੱਦੇ ਉਠਾ ਰਹੇ ਨੇ, ਚਾਹੇ ਦੁੱਲੋ ਸਾਹਿਬ ਨੇ ਵੀ ਪਹਿਲਾਂ ਮੁੱਦੇ ਉਠਾਏ, ਚਾਹੇ ਉਹ ਆਪਾਂ ਨੂੰ ਪਤਾ ਹੈ ਕਿ ਜਦੋਂ ਸ਼ਰਾਬ ਜਿਹੜੀ ਹੈਗੀ ਆ, ਗਲਤ ਸ਼ਰਾਬ ਪੀ ਕੇ ਸੈਂਕੜੇ ਲੋਕ ਮਾਰੇ ਗਏ ਸੀ ਪੰਜਾਬ ਦੇ, ਉਦੋਂ ਵੀ ਇਹਨਾਂ ਲੋਕਾਂ ਨੇ ਮੁੱਦੇ ਉਠਾਏ ਨੇ, ਉਦੋਂ ਵੀ ਇਹ ਲੋਕਾਂ ਦੇ ਨਾਲ ਖੜੇ ਨੇ। ਸੋ ਇਸ ਕਰਕੇ ਹੁਣ ਵੀ ਜਿਹੜੇ ਨੇ ਇਹ ਮੁੱਦੇ ਉਠਾ ਰਹੇ ਨੇ, ਕਿਤੇ ਤਾਂ ਜਿਹੜਾ ਸਿਆਣਾ ਲੀਡਰ ਹੁੰਦਾ ਹੈ ਉਹਨਾਂ ਦਾ ਜਵਾਬ ਦਿੰਦਾ ਹੈ, ਮੁੱਦਿਆਂ ਦਾ ਜਵਾਬ ਦਿੰਦਾ ਹੈ, ਨਾ ਕਿ ਇੱਕ ਦੂਜੇ ਨੂੰ ਤੈਨੂੰ ਕੱਢਤਾ ਜਾਂ ਉਹਨਾਂ ਦੇ ਉੱਤੇ CBI ਜਾਂ ਜਿਹੜੀ ਵਿਜੀਲੈਂਸ ਹੈ ਉਹਨਾਂ ਦੀ ਜਿਹੜੀ ਹੈਗੀ ਹੈ ਰੇਡ ਪਵਾਤੀ, ਉਹਨਾਂ ਦਾ ਡਰਾਵਾ ਦੇਤਾ। ਇਹ ਜਿਹੜੀ ਹੈਗੀ ਹੈ ਇੱਕ ਘਟੀਆ ਰਾਜਨੀਤੀ ਮੈਨੂੰ ਨਜ਼ਰ ਆ ਰਹੀ ਹੈ। ਸੋ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਅੱਜ ਜਾਖੜ ਸਾਹਿਬ ਨੂੰ ਆਪਣੀ ਜਿਹੜੀ ਪੋਲਿਟਿਕਸ ਆ ਉਹਨਾਂ ਦੀ, ਉਹਦੇ ਉੱਤੇ ਉਹਦਾ ਨਵਾਂ ਨਿਊ ਥਿੰਕਿੰਗ ਜਿਹੜੀ ਹੈਗੀ ਹੈ, ਰਿਵਿਊ ਕਰਨ ਦੀ ਲੋੜ ਹੈ ਉਹਦੇ ਬਾਰੇ। ਸੋ ਇਸ ਕਰਕੇ
ਜਾਖੜ ਸਾਹਿਬ ਨੂੰ ਇਦਾਂ ਦੇ ਬਿਆਨ ਦੇਣ ਤੋਂ ਮੈਨੂੰ ਲੱਗਦਾ ਕਿ ਗੁਰੇਜ਼ ਕਰਨਾ ਚਾਹੀਦਾ ਹੈ। ਕੈਪਟਨ ਸਾਹਿਬ ਦਾ ਤੋਤਾ ਨਹੀਂ ਬਣਨਾ ਚਾਹੀਦਾ। ਔਰ ਜੋ ਦੁੱਧ ਦਾ ਦੁੱਧ ਹੈ, ਪਾਣੀ ਦਾ ਪਾਣੀ, ਮੇਰਾ ਕਹਿਣ ਤੋਂ ਮਤਲਬ ਹੈ ਕਿ ਜੋ ਇਸ ਵੇਲੇ ਮੁੱਦੇ ਉੱਠ ਰਹੇ ਨੇ ਪੰਜਾਬ ਦੇ, ਫਿਰ ਜਾਖੜ ਸਾਹਿਬ ਦਾ ਨਹੀਂ ਤਾਂ ਫਿਰ ਜਾਖੜ ਸਾਹਿਬ ਇਹ ਦੱਸ ਦੇਣ, ਨਹੀਂ ਤਾਂ ਜਾਖੜ ਸਾਹਿਬ ਫਿਰ ਇਹ ਦੱਸ ਦੇਣ ਵੀ ਇਹ ਲੋਕ ਗਲਤ ਕੀ ਕਹਿ ਰਹੇ। ਮੈਂ ਹੀ ਕਹਿਣਾ ਕਿ ਇਸ ਵੇਲੇ ਜਿਹੜੇ ਮੁੱਦੇ ਉਠਾ ਰਹੇ ਨੇ ਇਹ, ਜਾਂ ਤਾਂ ਉਹਨਾਂ ਦਾ ਜਵਾਬ ਦੇਣ ਕਿ ਭਾਈ ਜੇ ਬਰਗਾੜੀ ਕਾਂਡ ਦੀ ਸਿੱਟਾਂ ਜਿਹੜੀਆਂ ਦੇ ਸਿੱਟਾਂ ਬਣਾਈ ਜਾਂਦੇ ਹੋ, ਉਹਦਾ ਕੋਈ ਸਿੱਟਾ ਤਾਂ ਕੱਢੋ ਨਾ। ਗੱਲ ਤਾਂ ਇਹ ਹੈ ਕਿ ਸਿੱਟਾ ਤਾਂ ਨਿਕਲ ਨਹੀਂ ਰਿਹਾ। ਨਾ ਤੁਹਾਡਾ ਨਸ਼ਿਆਂ ਦਾ ਜਿਹੜਾ ਹੈਗਾ ਮੁੱਦਾ ਹੱਲ ਹੋਇਆ, ਨਾ ਘਰ ਘਰ ਨੌਕਰੀ ਦਾ ਮੁੱਦਾ ਹੱਲ ਹੋਇਆ, ਨਾ ਕਿਸਾਨਾਂ ਦਾ ਜਿਹੜਾ ਸੰਪੂਰਨ ਕਰਜ਼ਾ ਮਾਫੀ ਦਾ ਮਸਲਾ ਸੀਗਾ, ਨਾ ਉਹ ਹੱਲ ਹੋਇਆ, ਨਾ ਕੋਈ ਹੋਰ ਜਿਹੜੇ ਬੁਨਿਆਦੀ ਮਸਲੇ ਹੱਲ ਹੋਏ ਨੇ। ਸੋ ਇਸ ਕਰਕੇ ਇਹ ਜਿਹੜੇ ਲੋਕ ਉਠਾ ਰਹੇ ਨੇ ਮੁੱਦੇ ਇਸ ਵੇਲੇ, ਕਿਉਂਕਿ ਇਸ ਵੇਲੇ ਵੱਡੀ ਗੱਲ ਇਹ ਹੈ ਸੁਖਵਿੰਦਰ ਜੀ ਕਿ ਅੱਜ ਲਾਸਟ ਈਅਰ ਚੱਲ ਰਿਹਾ ਹੈ ਚੋਣਾਂ ਦਾ, ਔਰ ਲਗਭਗ 6-7 ਮਹੀਨੇ ਰਹਿ ਗਏ ਨੇ। ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਕਾਂਗਰਸੀਆਂ ਨੇ ਲੋਕਾਂ 'ਚ ਜਾਣਾ ਹੈ ਤਾਂ ਕੀ ਮੂੰਹ ਲੈ ਕੇ ਜਾਣਗੇ? ਵੱਡਾ ਸਵਾਲ ਸਾਰਿਆਂ ਦੇ ਸਾਹਮਣੇ ਇਹ ਹੈ ਕਿ ਕੀ ਇਹ ਕਹਿਣਗੇ ਕਿ ਸਾਡੇ ਮਹਾਰਾਜਾ ਸਾਹਿਬ ਤੱਕ ਆਏ ਨਹੀਂ 5 ਸਾਲ, ਉਦੋਂ ਉਹਨਾਂ ਨੂੰ ਕਹਿਣਾ ਪਏਗਾ ਕਿ ਤਾਂ ਕਰਕੇ ਰਹਿ ਗਏ, ਉਹ ਨਵਾਂ ਚਾਂਸ ਦਿਓ ਸਾਨੂੰ ਲੋਕਾਂ ਨੂੰ। ਤਾਂ ਲੋਕ ਕਿਵੇਂ ਤੁਹਾਨੂੰ ਨਵਾਂ ਚਾਂਸ ਦੇ ਦੇਣਗੇ? ਸੋ ਇਸ ਕਰਕੇ ਇਹ ਜਿਹੜੇ ਲੋਕ ਉਠਾ ਰਹੇ ਨੇ ਮੁੱਦੇ, ਚਾਹੇ ਨਵਜੋਤ ਸਿੰਘ ਸਿੱਧੂ ਹੋਣ, ਚਾਹੇ ਪ੍ਰਤਾਪ ਬਾਜਵਾ ਹੋਣ, ਜਾਂ ਦੁੱਲੋ ਵਰਗੇ ਲੋਕ ਹੋਣ, ਇਹ ਸਹੀ ਮੁੱਦੇ ਉਠਾ ਰਹੇ ਨੇ। ਜਵਾਬ ਇਹਨਾਂ ਦਾ ਦੇਣਾ ਬਣਦਾ ਹੈ, ਨਾ ਕਿ ਇਦਾਂ ਦੀਆਂ ਜਿਹੜੀਆਂ ਗੱਲਾਂ 'ਚ ਉਲਝਾ ਕੇ ਸਮਾਂ ਜਿਹੜਾ ਹੈਗਾ, ਟਾਈਮ ਜਿਹੜਾ ਹੈਗਾ ਵੇਸਟ ਨਹੀਂ ਕਰਨਾ ਚਾਹੀਦਾ। ਸਗੋਂ ਇਹਨਾਂ ਮੁੱਦਿਆਂ ਦਾ ਜਵਾਬ ਦੇਵੇ ਕਾਂਗਰਸ, ਸਾਰੇ ਕੈਪਟਨ ਸਾਹਿਬ ਵੀ ਜਵਾਬ ਦੇਣ, ਜਾਖੜ ਸਾਹਿਬ ਵੀ ਜਵਾਬ ਦੇਣ, ਜਾਂ ਹੋਰ ਵੀ ਜਿਹੜੀ ਵੀ ਇਹਨਾਂ ਦੀ ਕੋਟਰੀ ਹੈ। ਸਗੋਂ ਕੱਲ ਜਿਹੜਾ ਵੱਡਾ ਬਿਆਨ ਇਹ ਜਿਹੜਾ ਕਿ ਸਾਰਿਆਂ ਨੂੰ ਮੈਨੂੰ ਲੱਗਦਾ ਹੈ ਕਿ ਕਾਫੀ ਉਹਨਾਂ ਦਿਲ ਦੇ ਉੱਤੇ ਠੇਸ ਲੱਗੀ, ਜਦੋਂ ਤ੍ਰਿਪਤ ਰਜਿੰਦਰ ਬਾਜਵਾ ਹੋਰਾਂ ਨੇ ਕਹਿਤਾ ਕਿ ਜਿਹੜੇ ਕਿਸਾਨ ਮੋਰਚੇ 'ਚ ਬੈਠੇ ਨੇ ਉਹ ਜਦੋਂ ਆਉਣ ਆਪਣੇ ਘਰਾਂ 'ਚ ਟੈਸਟ ਕਰਾ ਕੇ ਆਉਣ। ਮੈਨੂੰ ਲੱਗਦਾ ਹੈ ਕਿ ਇਹ ਮਤਲਬ ਇਹ ਕਿਸਾਨਾਂ ਦੇ ਮੋਰਚੇ ਨੂੰ ਕਿਤੇ ਨਾ ਕਿਤੇ ਤਾਰ ਪੀੜੋ ਕਰਨ ਦੀ ਕੋਸ਼ਿਸ਼ ਹੈ। ਸੋ ਜੇ ਕੋਈ ਬਿਮਾਰ ਹੋਏਗਾ ਜ਼ਰੂਰ ਉਹ ਕਰਾਏਗਾ। ਇਹ ਕਿਤੇ ਦਾ ਇਹ ਬਿਆਨ ਦੇਣਾ ਚਾਹੀਦਾ ਸੀ ਕਿ ਜੇ ਤੁਸੀਂ ਬਿਮਾਰ ਹੋ ਤਾਂ ਕੋਵਿਡ ਦੇ ਟੈਸਟ ਕਰਾ ਲਓ। ਇਹ ਕੀ ਹੋਏਗਾ ਕਿ ਜੇ ਤੁਸੀਂ ਉੱਥੇ ਜਾਂਦੇ ਹੋ ਤਾਂ ਆਉਣ ਸਾਰ ਤੁਹਾਨੂੰ ਜ਼ਰੂਰੀ ਹੈ ਕਿ ਤੁਸੀਂ ਕੋਵਿਡ ਟੈਸਟ ਕਰਾਓ। ਸੋ ਇਹ ਇਦਾਂ ਦੇ ਬਿਆਨ ਵੀ ਜਿਹੜੇ ਨੇ ਕੈਪਟਨ ਸਾਹਿਬ ਦੀ ਕੋਟਰੀ ਨੂੰ ਥੋੜਾ ਜਿਹਾ ਗੁਰੇਜ਼ ਕਰਨ ਦੀ ਲੋੜ ਹੈ। ਇਸ ਵੇਲੇ ਪੰਜਾਬ ਬਹੁਤ ਨਾਜ਼ੁਕ ਦੌਰ ਚੋਂ ਗੁਜ਼ਰ ਰਿਹਾ ਹੈ। ਸੋ ਇਸ ਕਰਕੇ ਇਦਾਂ ਦੇ ਬਿਆਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸੁਖਵਿੰਦਰ, ਉੱਥੇ ਹਰੀਸ਼ ਰਾਵਤ ਦੇ ਜੇਕਰ ਭੂਮਿਕਾ ਨੂੰ ਦੇਖੀਏ, ਹਰੀਸ਼ ਰਾਵਤ ਦੀ ਨੂੰ ਜੋ ਹਾਲਾਤ ਬਣੇ ਹੋਏ ਆ, ਹਰੀਸ਼ ਰਾਵਤ ਨੂੰ ਭੇਜਿਆ ਗਿਆ ਸੀ ਕਿ ਤੁਸੀਂ ਭਾਈ ਇਹ ਹਾਲਾਤ ਜਿਹੜੇ ਸਾਹਮਣੇ ਆ ਜਾ ਕੇ। ਉਦੋਂ ਹਰੀਸ਼ ਰਾਵਤ ਥੋੜ੍ਹੀਆਂ ਜਿਹੀਆਂ ਸਰਗਰਮੀਆਂ ਦਿਖਾ ਕੇ ਪਿਛਲੇ ਕਈ ਮਹੀਨਿਆਂ ਤੋਂ ਜਿਹੜਾ ਹਰੀਸ਼ ਰਾਵਤ ਇੱਥੋਂ ਗਾਇਬ ਦਿਖਾਈ ਦੇ ਰਹੇ ਨੇ ਪੰਜਾਬ ਤੋਂ, ਤਾਂ ਇੰਨਾ ਜ਼ਿਆਦਾ ਜਿਹੜਾ ਖਿਲਾਫ ਵੱਧ ਗਿਆ ਪੰਜਾਬ ਕਾਂਗਰਸ ਦੇ ਅੰਦਰ। ਉਹਨਾਂ ਨੂੰ ਪੰਜਾਬ ਕਾਂਗਰਸ ਦੇ ਮਾਮਲਿਆਂ ਦਾ ਇੰਚਾਰਜ ਲਗਾਇਆ ਗਿਆ, ਉਹਨਾਂ ਦੇ ਵੱਲੋਂ ਕੋਈ ਇੰਟਰਵਿਊ ਨਹੀਂ ਕੀਤਾ ਜਾਂਦਾ। ਫਿਰ ਹਾਈ ਕਮਾਂਡ ਦੇ ਇਸ਼ਾਰੇ ਦੇ ਉੱਪਰੋਂ ਫੋਨ ਕਰਕੇ ਇਹਨਾਂ ਨੂੰ ਕਹਿੰਦੇ ਨੇ ਕਿ ਭਾਈ ਤੁਸੀਂ ਚੁੱਪ ਕਰੋ, ਮੈਂ ਤੁਹਾਡਾ 2-4 ਦਿਨਾਂ ਦੇ ਵਿੱਚ ਜਿਹੜਾ ਮਾਮਲਾ ਨਿਬੇੜ ਦਿੰਦਾ। ਹੁਣ 2-4 ਦਿਨ ਵੀ ਬੀਤ ਚੁੱਕੇ ਆ ਤੇ ਹੁਣ ਉਹਨਾਂ ਦੇ ਵੱਲੋਂ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਮੇਰੀ ਸਿਹਤ ਜਿਹੜੀ ਖਰਾਬ ਆ। ਕਿਵੇਂ ਦੇਖਦੇ ਹੋ ਹਰੀਸ਼ ਰਾਵਤ ਦੀ ਭੂਮਿਕਾ ਨੂੰ? ਕਿਤੇ ਨਾ ਕਿਤੇ ਹਰੀਸ਼ ਰਾਵਤ ਵੀ ਜੋ ਪੰਜਾਬ ਕਾਂਗਰਸ ਦੀ ਸਥਿਤੀ ਬਣੀ ਹੋਈ ਆ ਉਹਦੇ ਲਈ ਜ਼ਿੰਮੇਵਾਰ ਨੇ। ਤਾਂ ਨੈਸ਼ਨਲ ਪਾਰਟੀ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਜਿਹੜੀਆਂ ਸਟੇਟਾਂ ਦੇ ਵਿੱਚ ਜਿੱਥੇ ਵੀ ਉਹਨਾਂ ਦੀਆਂ ਸ਼ਾਖਾਵਾਂ ਨੇ ਤਾਂ ਉੱਥੇ ਇੱਕ ਉਹ ਪ੍ਰਭਾਰੀ ਸਟੇਟ ਦਾ ਲਾਉਂਦੀ ਹੈ। ਔਰ ਇਸ ਵੇਲੇ ਆਪਾਂ ਨੂੰ ਪਤਾ ਹੈ ਕਿ ਹਰੀਸ਼ ਰਾਵਤ ਜੀ ਨੂੰ ਪੰਜਾਬ ਦੇ ਪ੍ਰਭਾਰੀ ਲਾਇਆ ਹੋਇਆ ਹੈ। ਔਰ ਪਿਛਲੇ ਦਿਨਾਂ ਦੇ ਵਿੱਚ ਵੀ ਆਪਾਂ ਨੂੰ ਪਤਾ ਹੈ ਕਿ ਉਹਨਾਂ ਨੇ ਬੜੀ ਵੱਡੀ ਭੂਮਿਕਾ ਸੀ ਉਹਨਾਂ ਦੀ, ਜਦੋਂ ਉਹਨਾਂ ਨੇ ਉਹ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਕੈਪਟਨ ਸਾਹਿਬ ਔਰ ਨਵਜੋਤ ਸਿੰਘ ਸਿੱਧੂ ਨੂੰ ਲੰਚ ਦੇ ਉੱਤੇ ਬੁਲਾ ਕੇ ਬਕਾਇਦਾ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ। ਇੱਕ ਬਹੁਤ ਅੱਛਾ ਐਫਰਟ ਸੀਗਾ ਹਰੀਸ਼ ਰਾਵਤ ਹੋਰਾਂ ਦਾ, ਪਰ ਉਸ ਤੋਂ ਬਾਅਦ ਉਹ ਬਿਲਕੁਲ ਚੁੱਪੀ ਹੋ ਗਏ। ਆਪਾਂ ਨੂੰ ਪਤਾ ਹੈ ਕਿ ਉਹ ਆਪਣੇ ਮਤਲਬ ਪੰਜਾਬ ਦੇ ਵਿੱਚ ਬੜੇ ਹੀ ਨਹੀਂ ਹੈਗੇ। ਇਸ ਕਰਕੇ ਉਹਨਾਂ ਦੀ ਭੂਮਿਕਾ ਜਿਹੜੀ ਹੈਗੀ ਹੈ ਉਹ ਆਪਣੀ ਭੂਮਿਕਾ ਇੱਕ ਪ੍ਰਭਾਰੀ ਦੀ, ਸਟੇਟ ਪ੍ਰਭਾਰੀ ਦੀ ਨਹੀਂ ਨਿਭਾ ਰਹੇ। ਉਹ ਜਦੋਂ ਇੱਥੋਂ ਗਾਇਬ ਹੋ ਜਾਂਦੇ ਨੇ ਤਾਂ ਉਹ ਗਾਇਬ ਹੋਣ ਦੇ ਨਾਲ ਕੀ ਹੁੰਦਾ ਕਿ ਉਹ ਰਫੜ ਜਿਹੜਾ ਹੈਗਾ ਦੁਬਾਰਾ ਫੇਰ ਪੈਣਾ ਸ਼ੁਰੂ ਹੋ ਜਾਂਦਾ ਹੈ। ਤੁਹਾਨੂੰ ਇੱਥੇ ਰਹਿਣਾ ਪਏਗਾ। ਜਿਹੜਾ ਵੀ ਸਟੇਟ ਪ੍ਰਭਾਵੀ ਹੋਵੇ ਉਹ ਸਟੇਟ ਦੇ ਵਿੱਚ ਰਵੇ ਔਰ ਹਰ ਜਿਹੜੀ ਹੈਗੀ ਆ ਕਦਮ ਦੇ ਉੱਤੇ ਜਿਹੜੀ ਹੈਗੀ ਆ ਉਹ ਧਿਆਨ ਰੱਖੇ, ਪਾਰਟੀ ਦੇ ਵਿੱਚ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ, ਔਰ ਕਿਹੜਾ ਬੰਦਾ ਰੁੱਸ ਰਿਹਾ, ਕਿਹੜਾ ਮੰਨ ਰਿਹਾ, ਇਹ ਸਾਰੇ ਚੀਜ਼ਾਂ ਦਾ ਇੱਥੇ ਰਹਿ ਕੇ ਉਹ ਉਹਨਾਂ ਦੇ ਉੱਤੇ ਜਿਹੜੀ ਹੈਗੀ ਹੈ ਨਜ਼ਰ ਰੱਖੇ। ਪਰ ਆਪਾਂ ਨੂੰ ਪਤਾ ਹੈ ਕਿ ਹਰੀਸ਼ ਰਾਵਤ ਜੀ ਚਾਹੇ ਉਹਨਾਂ ਦੀ ਹੁਣ ਸਿਹਤ ਜਿਹੜੀ ਅਲਾਓ ਨਹੀਂ ਕਰਦੀ ਤਾਂ ਇਹਦਾ ਮਤਲਬ ਹੈ ਕਿ ਉਹਨਾਂ ਨੂੰ ਬਦਲ ਦੇਣਾ ਚਾਹੀਦਾ। ਮੈਨੂੰ ਤਾਂ ਇਹ ਲੱਗਦਾ ਹੈ ਕਿ ਅੱਜ ਸੈਂਟਰ ਕਮੇਟੀ ਨੂੰ ਜਾਂ ਹਾਈ ਕਮਾਂਡ ਨੂੰ ਜੇ ਹਰੀਸ਼ ਰਾਵਤ ਜੀ ਦੀ ਸਿਹਤ ਜਿਹੜੀ ਹੈਗੀ ਹੈ ਅੱਜ ਨਾਸਾਜ਼ ਹੈ, ਨਹੀਂ ਠੀਕ ਹੈ, ਤਾਂ ਨਵਾਂ ਬੰਦਾ ਲਾਉਣ।
ਕੋਈ ਤਕੜਾ ਬੰਦਾ, ਕੋਈ ਨੌਜਵਾਨ ਜਿਹੜਾ ਹੈਗਾ, ਜਿਹੜਾ ਸਾਰੀਆਂ ਚੋਣਾਂ ਸਿਰ ਤੇ ਨੇ, ਹਾਲਾਤ ਚੁੱਕੇ ਨੇ, ਤਾਂ ਫਿਰ ਇਹ ਜੇ ਸਮੇਂ ਇੰਚਾਰਜ ਦੀ ਜ਼ਰੂਰਤ ਹੈ। ਹਾਂ, ਅੱਜ ਨਵਾਂ ਪ੍ਰਭਾਰੀ ਜਿਹੜਾ ਹੈਗਾ ਉਹ ਲਾਉਣਾ ਬਣਦਾ ਹੈ ਕਾਂਗਰਸ ਨੂੰ। ਤਾਂ ਹੀ ਦੇਖੋ, ਜੇ ਮੈਂ ਕੱਲ ਵੀ ਗੱਲ ਹੀ ਕਹੀ ਸੀ ਕਿ ਜਿੰਨਾ ਇਸ ਚੀਜ਼ ਤੋਂ ਡਿਲੇ ਹੁੰਦਾ ਜਾਏਗਾ, ਜਿੰਨਾ ਪੰਜਾਬ ਦਾ ਪ੍ਰਭਾਰੀ ਇੱਥੋਂ ਬਾਹਰ ਰਹੇਗਾ, ਗੈਰ ਹਾਜ਼ਰ ਰਹੇਗਾ ਪੰਜਾਬ ਤੋਂ, ਉਨਾ ਹੀ ਖਿਲਾਰਾ ਜ਼ਿਆਦਾ ਪਏਗਾ, ਉਨਾ ਹੀ ਜ਼ਿਆਦਾ ਕਾਟੋ ਕਲੇਸ਼ ਵਧੇਗਾ। ਸੋ ਇਸ ਕਰਕੇ ਉਸ ਕਾਟੋ ਕਲੇਸ਼ ਨੂੰ ਘਟਾਉਣ ਦੇ ਲਈ ਇੱਕ ਬੰਦਾ ਜਿਹੜਾ ਹੈਗਾ, ਜਿੰਨੀ ਦੇਰ ਤੁਸੀਂ ਅਨੁਸ਼ਾਸਨ ਨਹੀਂ ਪੈਦਾ ਕਰਦੇ ਪਾਰਟੀ ਦੇ ਵਿੱਚ, ਉਨੀ ਦੇਰ ਤੁਸੀਂ ਕਾਮਯਾਬ ਨਹੀਂ ਹੁੰਦੇ। ਸੋ ਉਸ ਅਨੁਸ਼ਾਸਨ ਨੂੰ ਕਾਇਮ ਰੱਖਣ ਦੇ ਲਈ ਇੱਕ ਪ੍ਰਭਾਰੀ ਜਿਹੜਾ ਹੈਗਾ, ਉਹਦੀ ਗੈਰ ਹਾਜ਼ਰੀ ਜਿਹੜੀ ਹੈਗੀ ਹੈ, ਉਹ ਕਿਤੇ ਨਾ ਕਿਤੇ ਉਹਦਾ ਨੁਕਸਾਨ ਪੰਜਾਬ ਦੀ ਕਾਂਗਰਸ ਨੂੰ ਹੋਏਗਾ ਹੀ ਹੋਏਗਾ। ਸੋ ਉਹ ਗੈਰ ਹਾਜ਼ਰੀ ਜਿਹੜੀ ਹੈਗੀ ਨਹੀਂ ਚਾਹੀਦੀ ਇਸ ਵੇਲੇ। ਨਵਾਂ ਪ੍ਰਭਾਰੀ ਜੇ ਹਰੀਸ਼ ਰਾਵਤ ਜੀ ਦੀ ਸਿਹਤ ਠੀਕ ਨਹੀਂ ਹੈ ਤਾਂ ਨਵਾਂ ਪ੍ਰਭਾਰੀ ਜਿਹੜਾ ਹੈਗਾ ਲਾ ਦੇਣਾ ਚਾਹੀਦਾ, ਤਾਂ ਕਿ ਉਹ ਦੱਸਣਾ ਚਾਹੀਦਾ ਕਿ ਭਾਈ ਮੇਰੇ ਤੋਂ ਸਥਿਤੀ ਜਿਹੜੀ ਸਾਂਭੀ ਨਹੀਂ ਜਾ ਰਹੀ, ਤੁਸੀਂ ਖੁਦ ਇਹਨਾਂ ਦੇ ਨਾਲ ਮੀਟਿੰਗ ਕਰੋ। ਇੱਥੋਂ ਬੰਦੇ ਲਿਜਾ ਕੇ, ਤੁਹਾਨੂੰ ਲੱਗਦਾ ਨਹੀਂ ਕਿ ਹਰੀਸ਼ ਰਾਵਤ ਨੂੰ ਹਾਈ ਕਮਾਨ ਦੇ ਨਾਲ ਮਿਲਵਾਉਣੇ ਚਾਹੀਦੇ ਆ? ਇਹਨਾਂ ਦੀ ਜਿਹੜੀ ਸ਼ਿਕਾਇਤ ਹੈ ਉਹ ਹਾਈ ਕਮਾਨ ਨੂੰ ਜਾ ਕੇ ਇਹਨਾਂ ਵੱਲੋਂ ਦਸਵਾਉਣੀਆਂ ਚਾਹੀਦੀਆਂ ਕਿ ਚਲੋ ਭਾਈ ਮੈਂ ਤੁਹਾਨੂੰ ਨਾਲ ਲੈ ਕੇ ਚੱਲਦਾ, ਉੱਥੇ ਤੁਹਾਡੀ ਗੱਲ ਰਖਵਾਉਣਾ ਚੱਲ ਗਈ। ਤੇ ਅਜਿਹੀ ਭੂਮਿਕਾ ਹਰੀਸ਼ ਰਾਵਤ ਦੇ ਵੱਲੋਂ ਨਹੀਂ ਨਿਭਾਈ ਜਾ ਰਹੀ। ਦੇਖੋ, ਹੱਲ ਤਾਂ ਮੈਂ ਉਹੀ ਕਹਿਣਾ ਕਿ ਹੱਲ ਤਾਂ ਕਈ ਨਿਕਲ ਸਕਦੇ ਆ। ਜੇ ਇਸ ਨੂੰ ਹੱਲ ਕਰਨਾ ਹੋਵੇ ਤਾਂ ਹੱਲ ਤਾਂ ਹੋ ਸਕਦੇ ਨੇ, ਪਰ ਮੈਂ ਇਹੀ ਕਹਿਣਾ ਕਿ ਇੱਕ ਤਾਂ ਨੀਤ ਔਰ ਨੀਤੀ ਦੀ ਗੱਲ ਹੁੰਦੀ ਹੈ, ਦੂਸਰੀ ਹੈ ਕਿ ਜੇ ਹਰੀਸ਼ ਰਾਵਤ ਜੀ ਕਹਿ ਰਹੇ ਨੇ ਕਿ ਮੇਰੀ ਸਿਹਤ ਅਲਾਓ ਨਹੀਂ ਕਰ ਰਹੀ, ਮੈਂ ਮੀਟਿੰਗਾਂ ਨਹੀਂ ਕਰ ਸਕਦਾ, ਮੈਂ ਜਿਹੜਾ ਹੈਗਾ ਅੱਗੇ ਇੱਥੇ ਟਾਈਮ ਨਹੀਂ ਦੇ ਸਕਦਾ, ਤਾਂ ਉਹਨਾਂ ਨੂੰ ਇਹ ਗੱਲ ਜਿਹੜੀ ਹੈਗਾ ਸਪਸ਼ਟ ਕਰ ਦੇਣੀ ਚਾਹੀਦੀ ਹੈ ਕਿ ਮੈਨੂੰ ਬਦਲੋ, ਤੁਸੀਂ ਨਵਾਂ ਪ੍ਰਭਾਰੀ ਜਿਹੜਾ ਹੈਗਾ ਲਾਓ। ਸੋ ਇਸ ਚੀਜ਼ ਨੂੰ ਲਟਕਾਉਣਾ, ਜਿਹੜੀ ਮੈਂ ਪੁਆਇੰਟ ਜਿਹੜੀ ਗੱਲ ਕਰ ਰਿਹਾ ਕਿ ਜਿੰਨਾ ਇਸ ਚੀਜ਼ ਨੂੰ ਲਟਕਾਇਆ ਜਾਏਗਾ, ਜਿੰਨਾ ਜਿਵੇਂ ਉਹ ਸਾਰਾ ਕੀ ਨੀਅਤ ਹੋ ਸਕਦੀ ਹੈ ਇਸ ਚੀਜ਼ ਨੂੰ ਲਟਕਾਉਣ ਦੇ ਵਿੱਚ? ਹਰੀਸ਼ ਰਾਵਤ ਦੀ ਕੀ ਨੀਅਤ ਹੋ ਸਕਦੀ ਹੈ ਪਾਰਟੀ ਵਰਕਰਾਂ ਦੀ ਮੀਟਿੰਗ ਉੱਤੇ ਐਮਐਲਏ ਮੰਤਰੀ ਦੀ ਮੀਟਿੰਗ ਹਾਈ ਕਮਾਨ ਦੇ ਨਾਲ ਨਾ ਕਰਵਾਉਣ ਦੀ? ਹਰੀਸ਼ ਰਾਵਤ ਦੀ ਕੀ ਜਿਹੜੀ ਹੋ ਸਕਦੀ ਹੈ ਨੀਅਤ? ਦੇਖੋ, ਦੋ ਤਿੰਨ ਗੱਲਾਂ ਹੋ ਸਕਦੀਆਂ ਨੇ। ਇੱਕ ਤਾਂ ਕਿਤੇ ਨਾ ਕਿਤੇ ਜਾ ਕੇ ਉਹ ਕੈਪਟਨ ਦੇ ਇਸ਼ਾਰੇ ਤੇ ਗੱਲ ਕਰ ਰਹੇ ਹੋ ਸਕਦੇ ਆ। ਦੂਸਰਾ, ਉਹਨਾਂ ਦੀ ਸਿਹਤ ਜਿਹੜੀ, ਜਿਵੇਂ ਉਹ ਕਹਿ ਰਹੇ ਨੇ ਕਿ ਮੇਰੀ ਸਿਹਤ ਸੱਚੀ ਮੁੱਚੀ ਨਾਸਾਜ਼ ਹੈ, ਮੈਂ ਬੋਲ ਨਹੀਂ ਸਕਦਾ, ਮੈਨੂੰ ਖੰਘ ਆ ਰਹੀ ਹੈ, ਮੈਨੂੰ ਕਰੋਨਾ ਹੋ ਕੇ ਹਟਿਆ। ਸੋ ਇੱਕ ਪਾਸੇ ਉਹ ਵੀ ਕਾਰਨ ਹੋ ਸਕਦਾ ਹੈ, ਪਰ ਮੈਂ ਇਹ ਕਹਿਣਾ ਕਿ ਇਦਾਂ ਦੀਆਂ ਚੀਜ਼ਾਂ ਨੂੰ ਇਗਨੋਰ ਕਰਦੇ ਹੋਏ ਹਾਈ ਕਮਾਂਡ ਨੂੰ ਤੌਰ ਤੇ ਦੱਸ ਸਕਦੇ ਆ ਕਿ ਭਾਈ ਮੇਰੀ ਸਿਹਤ ਅਲਾਓ ਨਹੀਂ, ਪਰ ਜਿਸ ਤਰੀਕੇ ਦੇ ਨਾਲ ਸਿਹਤ ਦਾ ਹਵਾਲਾ ਦੇ ਕੇ ਲਟਕਾਇਆ ਜਾ ਰਿਹਾ ਮਾਮਲਾ, ਉਸ ਤੋਂ ਨੀਅਤ ਸਾਫ਼ ਝਲਕਦੀ ਦਿਖਾਈ ਦੇ ਰਹੀ ਹੈ। ਜੀ, ਉਸ ਤੋਂ ਸਾਫ਼ ਨਜ਼ਰ ਆ ਰਹੀ ਹੈ। ਔਰ ਉਹਨਾਂ ਨੂੰ ਇਹ ਸਪਸ਼ਟ ਕਹਿਣਾ ਚਾਹੀਦਾ ਕਿ ਜੇ ਮੇਰੀ ਸਿਹਤ ਨਾਸਾਜ਼ ਹੈ ਤਾਂ ਮੇਰੀ ਜਗ੍ਹਾ ਬੰਦਾ ਬਦਲੋ, ਨਵਾਂ ਬੰਦਾ ਲਾਓ। ਸੋ ਇਸ ਕਰਕੇ ਜਿਹੜੀ ਹੈਗੀ ਆ, ਮੈਨੂੰ ਇਹ ਲੱਗਦਾ ਹੈ ਕਿ ਹਾਈ ਕਮਾਂਡ ਨੂੰ ਇਸ ਵੇਲੇ ਨਵੇਂ ਬੰਦੇ ਦੀ ਲੋੜ ਹੈ, ਨਾ ਕਿ ਡਿਲੇ ਕਰਨ ਦੀ। ਜਿੰਨਾ ਉਹ ਡਿਲੇ ਕਰਨਗੇ, ਜਿੰਨਾ ਇਸ ਚੀਜ਼ ਨੂੰ ਲਟਕਾਉਣਗੇ, ਉਨਾ ਹੀ ਖਾਨਾ ਜੰਗੀ ਵਧੇਗੀ ਔਰ ਪੰਜਾਬ ਦੀ ਕਾਂਗਰਸ ਦਾ ਨੁਕਸਾਨ ਹੋਏਗਾ। ਸੋ ਅੱਜ ਪ੍ਰਿੰਕਾ ਜੀ ਨੂੰ ਵੀ ਚਾਹੀਦਾ, ਸੋਨੀਆ ਜੀ ਨੂੰ ਵੀ, ਰਾਹੁਲ ਜੀ ਨੂੰ ਇਹ ਗੱਲ ਬਹੁਤ ਸ਼ਿੱਦਤ ਦੇ ਨਾਲ ਮਹਿਸੂਸ ਕਰਨੀ ਚਾਹੀਦੀ ਹੈ ਕਿ ਜੇ ਪੰਜਾਬ ਦੇ ਵਿੱਚ ਕਾਂਗਰਸ ਦੀ ਜਿਹੜੀ ਸੱਤਾ ਜਿਹੜੀ ਹੈਗੀ ਹੈ ਬਚਾਉਣੀ ਹੈ, ਕਾਂਗਰਸ ਦੀ ਜਿਹੜੀ ਹੁਣ ਬਹੁਤ ਥੋੜਾ ਸਮਾਂ ਰਹਿ ਗਿਆ, ਜੇ ਉਹਨੂੰ ਸਹੀ ਤਰੀਕੇ ਨਾਲ ਕਰਨਾ ਹੈ ਤਾਂ ਲਾਜ਼ਮੀ ਤੌਰ ਤੇ ਪ੍ਰਭਾਰੀ ਨੂੰ ਬਦਲਣਾ ਪਏਗਾ। ਸੋ ਜੇ ਪ੍ਰਭਾਰੀ ਕੰਮ ਨਹੀਂ ਕਰ ਰਹੇ, ਜੇ ਪ੍ਰਭਾਰੀ ਇੱਥੇ ਨਹੀਂ ਆ ਰਹੇ, ਟਾਈਮ ਨਹੀਂ ਦੇ ਰਹੇ, ਬਿਮਾਰ ਚੱਲ ਰਹੇ ਨੇ, ਤਾਂ ਇਹਦੇ ਬਾਰੇ ਨਵੇਂ ਤਰੀਕੇ ਨਾਲ ਸੋਚਣ ਦੀ ਲੋੜ ਹੈ, ਔਰ ਤਾਂ ਕਿ ਪੰਜਾਬ ਦੀ ਕਾਂਗਰਸ ਨੂੰ ਬਚਾਇਆ ਜਾ ਸਕੇ। ਔਰ ਦੂਜੀ ਗੱਲ, ਜਿਹੜੀ ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਲਗਾਤਾਰ ਕਿ ਤੁਸੀਂ ਸੱਚ ਤੇ ਪਹਿਰਾ ਦੇਣ ਦੇ ਲਈ ਹਾਈ ਕਮਾਂਡ ਨੂੰ ਮਿਲੋ, ਸਿੱਧਾ ਮਿਲੋ। ਸੋ ਇਸ ਕਰਕੇ ਉਸ ਗੱਲ ਦੇ ਉੱਤੇ ਵੀ ਜੇ ਪ੍ਰਭਾਰੀ ਸਾਹਿਬ ਗੈਰ ਹਾਜ਼ਰ ਰਹਿੰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਨੇ ਜਿਹੜਾ ਇਸ਼ਾਰਾ ਕੀਤਾ ਹੈ ਔਰ ਜਿਹੜੀ ਅਪੀਲ ਕੀਤੀ ਹੈ ਐਮਐਲਏ ਜਾਂ ਮਿਨਿਸਟਰ ਸਾਹਿਬਾਨ ਨੂੰ ਜਾਂ ਕਾਂਗਰਸ ਦੇ ਹੋਰ ਨੁਮਾਇੰਦਿਆਂ ਨੂੰ, ਉਹਨਾਂ ਨੇ ਕਿਹਾ ਕਿ ਸਾਰੀ ਗੱਲ ਤੁਸੀਂ ਪ੍ਰਿੰਕਾ ਜੀ ਨੂੰ ਜਾਂ ਰਾਹੁਲ ਜੀ ਨੂੰ ਜਾਂ ਜਿਹੜੀ ਹਾਈ ਕਮਾਂਡ ਹੈ ਉਹਨਾਂ ਨੂੰ ਦੱਸੋ ਸਾਰੀਆਂ ਗੱਲਾਂ, ਕਿ ਭਾਈ ਇਹਨਾਂ ਨੇ 4.5 ਸਾਲ ਦੇ ਵਿੱਚ ਕੁਝ ਨਹੀਂ ਕੀਤਾ, ਪੰਜਾਬ ਦੀ ਕਾਂਗਰਸ ਨੂੰ ਡੁਬੋ ਕੇ ਰੱਖਤਾ। ਸੋ ਇਸ ਕਰਕੇ ਉਹ ਗੱਲ ਵੀ ਜਿਹੜੀ ਹੈਗੀ ਆ ਉਹਦੇ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਜੇ ਪ੍ਰਭਾਰੀ ਨਹੀਂ ਲੱਗਦਾ ਤਾਂ ਸਿੱਧੇ ਤੌਰ ਤੇ ਮਿਲਿਆ ਜਾ ਸਕਦਾ ਹੈ। ਔਰ ਪਰ ਮੈਨੂੰ ਇਹ ਲੱਗਦਾ ਹੈ ਕਿ ਕਾਂਗਰਸ ਨੂੰ ਬਹੁਤ ਛੇਤੀ ਕੋਈ ਨਾ ਕੋਈ ਫੈਸਲਾ ਲੈਣਾ ਚਾਹੀਦਾ ਹੈ ਔਰ ਕੋਈ ਨਾ ਕੋਈ ਇਹਦਾ ਹੱਲ ਕੱਢਣਾ ਚਾਹੀਦਾ ਹੈ। ਜਿੰਨਾ ਡਿਲੇ ਹੋਏਗਾ, ਮੇਰਾ ਕਹਿਣ ਦਾ ਮਤਲਬ ਹੈ, ਉਨਾ ਹੀ ਕਾਂਗਰਸ ਦਾ ਨੁਕਸਾਨ ਹੋਏਗਾ। ਸੋ ਡਿਲੇ ਨਹੀਂ ਹੋਣਾ ਚਾਹੀਦਾ। ਇਹ ਰਾਵਤ ਜੀ ਡਿਲੇ ਨਾ ਕਰਨ, ਕੋਈ ਨਾ ਕੋਈ ਫੈਸਲਾ ਲੈਣ, ਕੋਈ ਨਵਾਂ ਫੈਸਲਾ ਲੈਣ ਔਰ ਫੈਸਲੇ ਦੇ ਵਿੱਚ ਜਿਹੜਾ ਹੈਗਾ ਦੋਨਾਂ ਧਿਰਾਂ ਦੀਆਂ ਸੁਣੀ ਜਾਏ। ਕੱਲੇ ਐਮਐਲਏ ਸਾਹਿਬਾਨ ਨੂੰ ਸੁਣਿਆ ਜਾਏ, ਕੱਲੇ ਐਮਪੀ ਸਾਹਿਬਾਨ ਨੂੰ ਸੁਣਿਆ ਜਾਵੇ। ਹੋਰ ਵੀ ਜਿਹੜੇ ਇਹਨਾਂ ਨੂੰ ਲੱਗਦਾ ਹੈ ਕਿ ਵੱਡੇ ਲੋਕ ਨੇ ਕਾਂਗਰਸ ਦੇ, ਉਹਨਾਂ ਨੂੰ ਸੁਣ ਕੇ ਜਿਹੜਾ ਹੈਗਾ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕੀਤਾ ਜਾਵੇ। ਸੁਖਵਿੰਦਰ ਜੀ, ਬਿਲਕੁਲ
ਤਾਂ ਡਾਕਟਰ ਸਾਹਿਬ ਤੁਸੀਂ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਜੁੜੇ, ਇਹਨਾਂ ਅਹਿਮ ਮੁੱਦਿਆਂ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ, ਧੰਨਵਾਦ। ਤਾਂ ਇਹ ਸਨ ਡਾਕਟਰ ਭੀਮਿੰਦਰ ਸਿੰਘ ਜੀ, ਜਿਨ੍ਹਾਂ ਦੇ ਵੱਲੋਂ ਇਸ ਪੂਰੇ ਅਹਿਮ ਮੁੱਦੇ ਦੇ ਉੱਪਰ ਸਾਡੇ ਨਾਲ ਗੱਲਬਾਤ ਕੀਤੀ ਗਈ, ਵਿਚਾਰ ਚਰਚਾ ਕੀਤੀ ਗਈ। ਉਮੀਦ ਕਰਦੇ ਹਾਂ ਕਿ ਡਾਕਟਰ ਸਾਹਿਬ ਹੋਰਾਂ ਦੇ ਵਿਚਾਰ ਜਿਹੜੇ ਆ ਤੁਹਾਨੂੰ ਜ਼ਰੂਰ ਪਸੰਦ ਆਏ ਹੋਣਗੇ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।